ਅੱਜ ਦੀ ਜਿਹੜੀ ਮੀਟਿੰਗ ਹੈ ਇਹਦੇ ਬਾਰੇ ਦੱਸेंगे ਕਿਉਂਕਿ ਕਿਹਾ ਜਾ ਰਿਹਾ ਕਿ ਟਰਾਂਸਪੋਰਟ ਜਿਹੜੀ ਪ੍ਰਾਈਵੇਟ ਟਰਾਂਸਪੋਰਟ ਆ ਉਹ ਡੁੱਬਣ ਦੇ ਕਿਨਾਰੇ ਆ, ਬਿਲਕੁਲ ਖਤਮ ਹੋਣ ਦੇ ਕਿਨਾਰੇ ਆ। ਕੀ ਕਾਰਨ ਨੇ, ਕਿਉਂ ਖਤਮ ਹੋਣ ਦੇ ਕਿਨਾਰੇ ਆ? ਕਿਉਂਕਿ ਸਰਕਾਰਾਂ ਤਾਂ ਕਹਿੰਦੀਆਂ ਰਹੀਆਂ ਨੇ, ਰਾਜਾ ਵੜਿੰਗ ਸਾਹਿਬ ਟਰਾਂਸਪੋਰਟ ਮੰਤਰੀ ਬਣੇ ਨੇ, ਉਹ ਤਾਂ ਮਾਫੀਆ ਕਹਿੰਦੇ ਰਹੇ ਨੇ ਜੀ ਇਹਨਾਂ ਨੂੰ। ਸਾਨੂੰ ਹੁਕਮ ਲਾਗੂ ਕੀਤੇ ਗਏ ਉਸ ਸਮੇਂ ਸਰਕਾਰ ਵੱਲੋਂ, ਮੁੱਖ ਮੰਤਰੀ ਸਾਹਿਬ ਵੱਲੋਂ, ਕਿ ਸਵੇਰੇ ਜਿਹੜੀਆਂ ਗੱਡੀਆਂ 7 ਵਜੇ ਤੋਂ ਲੈ ਕੇ ਔਰ ਸ਼ਾਮ ਨੂੰ 5 ਵਜੇ ਤੋਂ ਲੈ ਕੇ ਇਹ ਤੋਂ ਬਾਅਦ ਬੰਦ ਹੋਣਗੀਆਂ ਔਰ ਸ਼ਨੀਵਾਰ ਐਤਵਾਰ ਬੰਦ ਰਹੂਗਾ ਔਰ 50% ਸਵਾਰੀਆਂ ਜਿਹੜੀਆਂ ਬੱਸਿਸ ਲੈ ਕੇ ਜਾਣਗੀਆਂ। ਸਾਡੇ ਕੋਲ ਤਾਂ 20% ਸਵਾਰੀ ਵੀ ਨਹੀਂ ਸੀ ਹੁੰਦੀ, ਤੇ ਸਾਤੋਂ ਟੈਕਸ ਕਿਉਂ 100% ਵਸੂਲਿਆ ਜਾਂਦਾ? ਅੱਜ ਸਾਡੇ ਸਾਰੇ ਪ੍ਰਾਈਵੇਟ ਆਪਰੇਟਰਾਂ ਨੇ ਮਿਲ ਕੇ ਤੇ ਮਿਨੀ ਬੱਸ ਦੇ ਆਪਰੇਟਰਾਂ ਨੇ ਮਿਲ ਕੇ ਇਹ ਫੈਸਲਾ ਲਿਆ ਵੀ ਕਿ ਅਸੀਂ 9 ਤਰੀਕ ਨੂੰ ਪੰਜਾਬ 'ਚ ਸੰਪੂਰਨ ਬੱਸਾਂ ਮਿਨੀ ਤੇ ਬੜੀਆਂ ਬੰਦ ਕਰ ਦਾਂਗੇ, ਨਹੀਂ ਚਲਾਉਣੀਆਂ। ਅਸੀਂ ਬਹੁਤ ਮਜਬੂਰ ਹੋ ਕੇ ਆਪਣੀਆਂ ਜਿਹੜੀਆਂ ਬੱਸਾਂ ਨੇ 9 ਤਰੀਕ ਨੂੰ ਅਸੀਂ ਸੰਪੂਰਨ ਤੌਰ ਤੇ ਬੰਦ ਕਰ ਰਹੇ ਹਾਂ ਔਰ ਸਾਡਾ ਜਿਹੜਾ ਬੰਦ ਕਰਨ ਦਾ ਅਸੀਂ ਬਹੁਤ ਸ਼ਾਂਤਮਈ ਢੰਗ ਨਾਲ ਅਸੀਂ ਬੰਦ ਕਰਾਂਗੇ। ਅਸੀਂ ਬੱਸ ਵੀ ਫੂਕਾਂਗੇ ਔਰ ਅਸੀਂ ਮੁਕੰਮਲ ਪੰਜਾਬ ਵੀ ਬੰਦ ਕਰਾਂਗੇ, ਜਿਹਦੇ ਵਿੱਚ ਸਾਡਾ ਪੂਰਨ ਜਿਹੜੇ ਰੋਡ ਨੇ, ਹਾਈਵੇਜ਼ ਨੇ, ਸਾਰੇ ਜਿਹੜੇ ਬੰਦ ਕੀਤੇ ਜਾਣਗੇ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਪੰਜਾਬੀ ਲੋਕ ਚੈਨਲ ਦੇਖ ਰਹੇ ਹੋ। ਮੈਂ ਮਨਵਿੰਦਰ ਸਿੰਘ ਟਿਵਾਣਾ ਪਟਿਆਲਾ ਵਿੱਚ ਖੜ੍ਹੇ ਹਾਂ। ਪਟਿਆਲਾ ਦੇ ਵਿੱਚ ਇੱਕ ਪ੍ਰਾਈਵੇਟ ਬੱਸ ਆਪਰੇਟਰ ਵੱਲੋਂ ਇੱਕ ਮੀਟਿੰਗ ਕੀਤੀ ਗਈ ਹੈ। ਮੀਟਿੰਗ ਵਿੱਚ ਕੀ ਫੈਸਲੇ ਕੀਤੇ ਗਏ ਨੇ, ਗੱਲ ਕਰਦੇ ਹਾਂ। ਸਾਡੇ ਨਾਲ ਬੱਸ ਆਪਰੇਟਰ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀ ਨਾਮ ਹੈ ਜੀ ਆਪਣਾ? ਅਜੀਤ ਸਿੰਘ ਖੱਟੜਾ ਬੱਸ ਸਰਵਿਸ ਪਟਿਆਲਾ ਤੋਂ ਆ ਜੀ। ਅੱਜ ਦੀ ਜਿਹੜੀ ਮੀਟਿੰਗ ਹੈ ਇਹਦੇ ਬਾਰੇ ਦੱਸਾਂਗੇ ਜੀ। ਅੱਜ ਸਾਡੇ ਸਾਰੇ ਪ੍ਰਾਈਵੇਟ ਆਪਰੇਟਰਾਂ ਨੇ ਮਿਲ ਕੇ ਤੇ ਮਿਨੀ ਬੱਸ ਦੇ ਆਪਰੇਟਰਾਂ ਨੇ ਮਿਲ ਕੇ ਇਹ ਫੈਸਲਾ ਲਿਆ ਵੀ ਕਿ ਅਸੀਂ 9 ਤਰੀਕ ਨੂੰ ਪੰਜਾਬ 'ਚ ਸੰਪੂਰਨ ਬੱਸਾਂ ਮਿਨੀ ਤੇ ਬੜੀਆਂ ਬੰਦ ਕਰ ਦਾਂਗੇ, ਨਹੀਂ ਚਲਾਉਣੀਆਂ। ਕਾਰਨ ਕੀ ਹੈ ਜੀ? ਕਾਰਨ ਸਾਡੇ ਬਥੇਰੇ ਇਸ਼ੂ ਨੇ, ਪਰ ਮੁੱਖ ਇਸ਼ੂ ਹੈਗਾ ਇੱਕ ਤਾਂ ਲੇਡੀਜ਼ ਨੂੰ ਅਸੀਂ ਕਹਿੰਦੇ ਵੀ ਜੋ ਫ੍ਰੀ ਕੀਤਾ ਗਿਆ ਉਹ ਸਾਡੀਆਂ ਬੱਸਾਂ 'ਚ ਵੀ ਫ੍ਰੀ ਕਰ ਦਿਓ, ਔਰ ਸਾਨੂੰ ਵੀ ਜੋ ਤੁਮੇ PRTC ਜਾਂ ਪੰਜਾਬ ਪਨ ਬੱਸ ਨੂੰ ਇਹ ਪੈਸੇ ਦਿੰਦੇ ਨੇ ਉਹ ਸਾਨੂੰ ਵੀ ਬਿੱਲ ਓਕਣੇ ਸਾਨੂੰ ਅਦਾ ਕਰਨ। ਅਸੀਂ ਵੀ ਉਹਨਾਂ ਨੂੰ ਢੋਣ ਨੂੰ ਤਿਆਰ ਹੈਗੇ ਹਾਂ। ਜੇ ਉਹ ਨਹੀਂ ਬੰਦ ਕਰਨਾ ਚਾਹੁੰਦੇ ਤਾਂ ਉਹ ਇਹਨੂੰ 2 ਦਿਨ ਕਰ ਦੇਣ, ਐਤਵਾਰ ਤੇ ਸ਼ਨੀਚਰਵਾਰ ਦਿਨ ਫ੍ਰੀ ਕਰ ਦੇਣ, ਬਾਕੀ ਦਿਨ ਚੱਲਣ। ਬਾਕੀ ਦਿਨ ਸਾਰੀਆਂ ਸਵਾਰੀਆਂ ਨੂੰ ਟਿਕਟਾਂ ਲੈਣੀਆਂ ਚਾਹੀਦੀਆਂ ਨੇ ਜੀ। ਇਹ ਮੁੱਖ ਇੱਕ ਤਾਂ ਮੁੱਦਾ ਹੈ। ਦੂਸਰਾ ਸਾਡਾ ਟੈਕਸ ਦਾ ਮੁੱਦਾ, ਵੀ ਸਰਕਾਰ ਨੇ ਜਦ ਟੈਕਸ ਮਾਫ ਕੀਤਾ ਵਾ ਤਾਂ ਸਾਡਾ ਵਿਤਕਰਾ ਕੀਤਾ ਜੀ। ਪਹਿਲਾਂ ਕੈਪਟਨ ਸਾਹਿਬ ਨੇ ਸਾਨੂੰ ਪੂਰਾ 31/12 ਤੱਕ ਸਾਨੂੰ ਟੈਕਸ ਮਾਫ ਕਰ ਦਿੱਤਾ ਸੀਗਾ, ਜੋ ਉਹਨਾਂ ਨੇ ਵਾਅਦਾ ਕੀਤਾ ਸੀਗਾ। ਦੂਜੀ ਜਦ ਇਹ ਵੇਵ ਚੱਲੀ ਆ ਕੋਵਿਡ ਦੀ, ਉਸ ਵਕਤ ਸਾਨੂੰ ਵਾਅਦਾ ਕੀਤਾ ਗਿਆ ਸੀ ਕੈਪਟਨ ਸਾਹਿਬ ਦੁਆਰਾ ਵੀ ਤੁਸੀਂ ਗੱਡੀਆਂ ਚਲਾਓ, ਕਿਉਂਕਿ ਲੋਕਾਂ 'ਚ ਬੜਾ ਡਰ ਪੈਦਾ ਹੋਇਆ ਵਾ। ਇਸ ਕਰਕੇ ਵੀ ਲੋਕ ਬਾਹਰ ਨਹੀਂ ਨਿਕਲ ਰਹੇ। ਜੇ ਬੱਸਾਂ ਬੰਦ ਕਰ ਦੋਗੇ ਤਾਂ ਲੋਕਾਂ 'ਚ ਦਹਿਸ਼ਤ ਵੱਧ ਜਾਏਗੀ ਵੀ ਅਸੀਂ ਚਾਹੁੰਦੇ ਹਾਂ ਵੀ ਇਹ ਗੱਡੀਆਂ ਚੱਲਦੀਆਂ ਰਹਿਣ ਤਾਂ ਲੋਕ ਆਵਾਜਾਈ ਚੱਲ ਜਾਵੇ। ਇਸ ਕਰਕੇ ਸਾਨੂੰ ਉਹਨਾਂ ਨੇ ਆਸ਼ਵਾਸਨ ਦਿੱਤਾ ਵੀ ਤੁਹਾਨੂੰ ਅਸੀਂ ਆਪਦਾ ਜਿਹੜਾ ਅੱਗੇ ਦੇ ਵੀ ਟੈਕਸ ਮਾਫ ਕੀਤਾ, ਗਾਹਾਂ ਵੀ ਟੈਕਸ ਮਾਫ ਕਰ ਦਾਂਗੇ। ਪਰ ਇਹਦਾ ਕੁਛ ਕਾਰਨ ਐਸੇ ਬਣੇ ਕਿ ਹਾਲਾਤ ਐਸੇ ਬਣਨ ਦੇ ਨਾਲ ਵੀ ਸਰਕਾਰ ਬਦਲ ਗਈ। ਸਰਕਾਰ ਬਦਲ ਕਰਕੇ ਨਵੇਂ CM ਸਾਹਿਬ ਆ ਗਏ ਅਤੇ ਨਵੇਂ CM ਸਾਹਿਬ ਦਾ ਉਹ ਆਪਣੇ ਟਰਾਂਸਪੋਰਟ ਮਿਨਿਸਟਰ ਸਾਹਿਬ ਬਦਲ ਗਏ। ਉਸ ਵਕਤ ਸਾਡੀ ਕੋਈ ਸੁਣਵਾਈ ਨਾ ਹੋਈ। ਅਸੀਂ ਉਹਨਾਂ ਨੂੰ ਬਾਰ-ਬਾਰ ਕਿਹਾ ਵੀ ਸਾਨੂੰ 6 ਮਹੀਨੇ ਦਾ ਟੈਕਸ ਮਾਫ ਕਰ ਦਿਓ, ਪਰ ਉਹ ਸਾਨੂੰ 4 ਮਹੀਨੇ 'ਤੇ ਮੰਨੇ। 4 ਮਹੀਨੇ ਤੋਂ ਬਣ ਕੇ ਉਹਨਾਂ ਨੇ ਸਾਨੂੰ ਕਹਿ ਤਾ ਵੀ ਚਲੋ ਤੁਹਾਨੂੰ 4 ਮਹੀਨੇ ਦਾ ਕਰਾਂਗੇ। ਅਸੀਂ ਵੀ ਉਹਨਾਂ ਨਾਲ ਸਹਿਮਤੀ ਦੇ ਦਿੱਤੀ, ਪਰ ਜਦ ਦੂਜੇ ਦਿਨ ਅਸੀਂ ਉਹ ਨੋਟੀਫਿਕੇਸ਼ਨ ਕੀਤਾ ਤਾਂ ਨੋਟੀਫਿਕੇਸ਼ਨ 'ਚ ਉਹਨਾਂ ਨੇ ਸਾਡੇ ਉਹ 4 ਮਹੀਨੇ ਵੀ ਖੂਹ ਖਾਤੇ ਪਾਤੇ। ਉਹਨਾਂ ਨੇ ਕਿਸੇ ਨੂੰ 1 ਮਹੀਨਾ, ਕਿਸੇ ਨੂੰ 2 ਮਹੀਨੇ, ਕਿਸੇ ਨੂੰ 3 ਮਹੀਨੇ, ਕਿਸੇ ਨੂੰ ਦਿੱਤਾ ਹੀ ਨਹੀਂ ਕੁਛ। ਇਸ ਤਰ੍ਹਾਂ ਦੇ ਨਾਲ ਸਾਡਾ ਬਹੁਤ ਭਾਰੀ ਨੁਕਸਾਨ ਹੋ ਗਿਆ। ਤਾਂ ਅਸੀਂ ਉਹ ਕਹਿੰਦੇ ਵਿਤਕਰਾਬਾਜ਼ੀ ਨਾ ਕਰਨ, ਵੱਡੇ ਛੋਟੇ 'ਚ ਕੋਈ ਲਕੀਰ ਨਾ ਖਿੱਚਣ, ਸਾਰੇ ਬਰਾਬਰ ਬੰਦੇ ਨੇ, ਸਾਰੇ ਬਰਾਬਰ ਛੋੜ ਦਿੱਤੀ ਜਾਵੇ ਜੀ। ਸਾਡੇ ਨਾਲ ਤੇਜਪਾਲ ਸਿੰਘ ਗੋਗੀ ਜੀ ਨੇ, ਉਹਨਾਂ ਨਾਲ ਕਰਦੇ ਹਾਂ ਗੱਲ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਅੱਜ ਦੀ ਜਿਹੜੀ ਮੀਟਿੰਗ ਹੈ ਇਹਦੇ ਬਾਰੇ ਦੱਸਾਂਗੇ ਕਿਉਂਕਿ ਕਿਹਾ ਜਾ ਰਿਹਾ ਕਿ ਟਰਾਂਸਪੋਰਟ ਜਿਹੜੀ ਪ੍ਰਾਈਵੇਟ ਟਰਾਂਸਪੋਰਟ ਆ ਉਹ ਡੁੱਬਣ ਦੇ ਕਿਨਾਰੇ ਆ, ਬਿਲਕੁਲ ਖਤਮ ਹੋਣ ਦੇ ਕਿਨਾਰੇ ਆ। ਕੀ ਕਾਰਨ ਨੇ, ਕਿਉਂ ਖਤਮ ਹੋਣ ਦੇ ਕਿਨਾਰੇ ਆ? ਕਿਉਂਕਿ ਸਰਕਾਰਾਂ ਤਾਂ ਕਹਿੰਦੀਆਂ ਰਹੀਆਂ ਨੇ, ਰਾਜਾ ਵੜਿੰਗ ਸਾਹਿਬ ਟਰਾਂਸਪੋਰਟ ਮੰਤਰੀ ਬਣੇ ਨੇ, ਉਹ ਤਾਂ ਮਾਫੀਆ ਕਹਿੰਦੇ ਰਹੇ ਨੇ ਜੀ ਇਹਨਾਂ ਨੂੰ। ਜਿਹੜਾ ਅੱਜ ਦਾ ਸਮਾਂ ਚੱਲ ਰਿਹਾ ਹੈ ਟਰਾਂਸਪੋਰਟ ਇੰਡਸਟਰੀ ਜਿਹੜੀ ਹੈ ਬਿਲਕੁਲ ਘਾਟੇ ਵੱਲ ਜਾ ਰਹੀ ਹੈ, ਜਿਹਦੇ ਕਈ ਮੁੱਖ ਕਾਰਨ ਨੇ। ਸਭ ਤੋਂ ਵੱਡਾ ਕਾਰਨ ਸਾਡੇ ਖੱਟੜਾ ਸਾਹਿਬ ਨੇ ਦੱਸਿਆ ਕਿ ਲੇਡੀਜ਼ ਨੂੰ ਜਿਹੜਾ ਆਪਾਂ ਫ੍ਰੀ ਕੀਤਾ ਤਾਂ ਉਸ ਨੇ ਜਿਹੜਾ ਸਾਡਾ ਲੱਕ ਤੋੜਤਾ। ਸਾਰੇ ਹੀ ਬੱਸਾਂ ਨੇ ਜਿਹੜੀਆਂ ਸਾਡੀਆਂ ਉਹ ਖਾਲੀ ਹੁੰਦੀਆਂ ਨੇ, ਕਿਤੇ ਵੀ ਚੈੱਕ ਕੀਤੀਆਂ ਜਾਣ। ਦੂਜਾ ਵੱਡਾ ਕਾਰਨ ਹੈ ਕਿ ਡੀਜ਼ਲ ਜਿਹੜਾ ਬਹੁਤਾਤ ਉਹਦੇ 'ਚ ਵਧਿਆ ਹੋਇਆ। ਜਿਹੜਾ ਇੱਕ ਗੱਡੀ ਜਿਹੜੀ ਜਾਂਦੀ ਆ ਉਹ 100 ਲੀਟਰ ਗੱਡੀ ਡੀਜ਼ਲ ਖਾਂਦੀ ਆ, 10 ਹਜ਼ਾਰ ਦਾ ਡੀਜ਼ਲ ਹੋ ਜਾਂਦਾ, ਜਦੋਂ ਕਿ ਸਵਾਰੀ ਉਹ 10,000 ਰੁਪਏ ਦੀ ਹੁੰਦੀ ਆ ਸਾਰੇ ਦਿਨ 'ਚ। ਅਤੇ ਸਾਡੇ ਖਰਚੇ ਪੂਰੇ ਨਹੀਂ ਹੋ ਰਹੇ। ਉਸ ਦੇ ਨਾਲ ਜਿਵੇਂ ਸਾਡਾ ਟੈਕਸ
ਟੈਕਸ ਜਿਹੜਾ ਸਾਡਾ ਕੋਵਿਡ ਦੇ ਦੌਰਾਨ ਸਾਨੂੰ ਜਿਹੜਾ ਕੈਪਟਨ ਅਮਰਿੰਦਰ ਸਿੰਘ ਨੇ ਵਾਅਦਾ ਕੀਤਾ ਸੀ 31/12/2021 ਤੱਕ ਟੈਕਸ ਮਾਫ ਕੀਤਾ ਜਾਊਗਾ, ਜਦੋਂ ਕਿ ਸਾਡੇ ਟਰਾਂਸਪੋਰਟਰਾਂ ਦੀ ਮੰਗ ਸੀ ਵੀ 31/3/2021 ਤੱਕ ਮਾਫ ਕੀਤਾ ਜਾਵੇ, ਕਿਉਂਕਿ ਉਸ ਸਮੇਂ ਸਵਾਰੀ ਨਹੀਂ ਚੜੀ। ਉਸ ਦੇ ਸਮੇਂ ਜੋ ਸਾਨੂੰ ਹੁਕਮ ਲਾਗੂ ਕੀਤੇ ਗਏ ਉਸ ਸਮੇਂ ਸਰਕਾਰ ਵੱਲੋਂ, ਮੁੱਖ ਮੰਤਰੀ ਸਾਹਿਬ ਵੱਲੋਂ, ਕਿ ਸਵੇਰੇ ਜਿਹੜੀਆਂ ਗੱਡੀਆਂ 7 ਵਜੇ ਤੋਂ ਲੈ ਕੇ ਔਰ ਸ਼ਾਮ ਨੂੰ 5 ਵਜੇ ਤੋਂ ਲੈ ਕੇ ਇਹ ਤੋਂ ਬਾਅਦ ਬੰਦ ਹੋਣਗੀਆਂ ਔਰ ਸ਼ਨੀਵਾਰ ਐਤਵਾਰ ਬੰਦ ਰਹੂਗਾ ਔਰ 50% ਸਵਾਰੀਆਂ ਜਿਹੜੀਆਂ ਬੱਸਿਸ ਲੈ ਕੇ ਜਾਣਗੀਆਂ। ਸਾਡੇ ਕੋਲ ਤਾਂ 20% ਸਵਾਰੀ ਵੀ ਨਹੀਂ ਸੀ ਹੁੰਦੀ, ਤੇ ਸਾਤੋਂ ਟੈਕਸ ਕਿਉਂ 100% ਵਸੂਲਿਆ ਜਾਂਦਾ? ਇਹ ਸਾਰੀਆਂ ਜਿਹੜੀਆਂ ਇਕੱਠੇ ਹੋ ਕੇ ਜਿਹੜਾ ਸਾਰਾ ਸਿਸਟਮ ਹੁਣ ਜਿਹੜਾ ਅੱਜ ਦਾ ਸਮਾਂ ਟਰਾਂਸਪੋਰਟਰਾਂ ਦੇ ਬੱਸ ਤੋਂ ਬਾਹਰ ਹੋ ਗਿਆ ਔਰ ਅਸੀਂ ਸਰਕਾਰ ਤੋਂ ਬਹੁਤ ਵਾਰ ਟਾਈਮ ਮੰਗ ਲਿਆ, ਬੜਾ ਸ਼ਾਂਤੀਪੂਰਵਕ ਅਸੀਂ ਸਰਕਾਰ ਨੂੰ ਮੈਸੇਜ ਲਾ ਕੇ ਦੇਖ ਲਏ, ਅਸੀਂ ਮਾਨ ਸਾਹਿਬ ਨੂੰ, ਸਾਡੇ ਜਿਹੜੇ ਲੀਡਰ ਸਾਹਿਬਾਨ ਨੇ ਉਹ ਮਿਲੇ ਸਾਡੇ ਮੋਟਰ ਯੂਨੀਅਨ ਵੱਲੋਂ, ਪਰੰਤੂ ਸਾਨੂੰ ਵਿਸ਼ਵਾਸ ਦਿਵਾਇਆ ਗਿਆ ਕਿ ਸਾਡੇ ਤੋਂ ਆਹ ਨੰਬਰ ਲੈ ਜਾਓ, ਇੱਕ ਇੱਥੇ ਕਾਲ ਕਰਿਓ, ਤੁਹਾਨੂੰ 30 ਤਰੀਕ ਤੋਂ ਬਾਅਦ ਟਾਈਮ ਮਿਲੂ। ਸਾਡੇ ਬੰਦੇ ਜਿਹੜੇ ਸਾਡੇ ਉੱਚ ਅਧਿਕਾਰੀ ਨੇ ਬਾਰ-ਬਾਰ ਉਹ ਫੋਨ ਕਰਦੇ ਰਹੇ, ਸਾਡਾ ਫੋਨ ਵੀ ਨਹੀਂ ਚੱਕਿਆ ਗਿਆ ਔਰ ਸਾਨੂੰ ਕੋਈ ਸੀਐਮ ਵੱਲੋਂ ਟਾਈਮ ਵੀ ਨਹੀਂ ਦਿੱਤਾ ਗਿਆ। ਅਸੀਂ ਬਹੁਤ ਮਜਬੂਰ ਹੋ ਕੇ ਆਪਣੀਆਂ ਜਿਹੜੀਆਂ ਬੱਸਾਂ ਨੇ 9 ਤਰੀਕ ਨੂੰ ਅਸੀਂ ਸੰਪੂਰਨ ਤੌਰ ਤੇ ਬੰਦ ਕਰ ਰਹੇ ਹਾਂ ਔਰ ਸਾਡਾ ਜਿਹੜਾ ਬੰਦ ਕਰਨ ਦਾ ਸਿਸਟਮ ਅਸੀਂ ਬਹੁਤ ਸ਼ਾਂਤਮਈ ਢੰਗ ਨਾਲ ਅਸੀਂ ਬੰਦ ਕਰਾਂਗੇ ਔਰ ਅਸੀਂ ਕਿਸੇ ਵੀ ਕੋਈ ਕਾਰਪੋਰੇਸ਼ਨ ਦੀ ਹੋਰ ਗੱਡੀ ਨੂੰ ਅਸੀਂ ਨਹੀਂ ਕਹਾਂਗੇ ਕਿ ਉਹ ਬੰਦ ਕਰਨ ਨਾ ਕਰਨ, ਪਰੰਤੂ ਸਾਡਾ ਜਿਹੜਾ ਪ੍ਰਾਈਵੇਟ ਅਦਾਰਾ ਇਹ ਸੰਪੂਰਨ ਤੌਰ ਤੇ ਇਕਜੁੱਟ ਹੈ। ਇਕੱਠੇ ਹੋ ਕੇ ਸਮੁੱਚੇ ਪੰਜਾਬ 'ਚ 9 ਤਰੀਕ ਨੂੰ ਬੰਦ ਕੀਤਾ ਜਾਊ ਔਰ 14 ਤਰੀਕ ਤੱਕ ਅਸੀਂ ਕਾਲੇ ਝੰਡੇ ਲਾ ਕੇ ਸਰਕਾਰ ਦਾ ਵਿਰੋਧ ਕਰਾਂਗੇ। ਹਰ ਇੱਕ ਬੱਸ ਦੇ ਉੱਪਰ ਕਾਲਾ ਝੰਡਾ ਲੱਗੂਗਾ। ਜੇਕਰ ਸਰਕਾਰ ਦੇ ਫਿਰ ਵੀ ਕੋਈ ਜੂੰ ਨਾ ਸਰਕੀ ਕੰਨ ਤੇ ਤਾਂ ਫਿਰ ਅਸੀਂ ਵੱਡਾ ਫੈਸਲਾ ਲਵਾਂਗੇ, ਅਸੀਂ ਬੱਸ ਵੀ ਫੂਕਾਂਗੇ ਔਰ ਅਸੀਂ ਮੁਕੰਮਲ ਪੰਜਾਬ ਵੀ ਬੰਦ ਕਰਾਂਗੇ, ਜਿਹਦੇ ਵਿੱਚ ਸਾਡਾ ਪੂਰਨ ਜਿਹੜੇ ਰੋਡ ਨੇ, ਹਾਈਵੇਜ਼ ਨੇ, ਸਾਰੇ ਜਿਹੜੇ ਬੰਦ ਕੀਤੇ ਜਾਣਗੇ। ਜੋ ਸਰਕਾਰ ਨੇ ਕਰਨਾ ਸਰਕਾਰ ਕਰੂ, ਜੋ ਅਸੀਂ ਕਰਨਾ ਅਸੀਂ ਕਰਾਂਗੇ। ਅਸੀਂ ਤਾਂ ਹੁਣ ਮਰੇ ਹੋਏ ਹਾਂ ਔਰ ਅਸੀਂ ਇਸ ਤੋਂ ਬਿਨਾਂ, ਅਸੀਂ ਬੰਦ ਕਰਨ ਤੋਂ ਬਿਨਾਂ ਕੁਝ ਕਰ ਵੀ ਨਹੀਂ ਸਕਦੇ, ਕਿਉਂਕਿ ਹਲੇ ਵੀ ਗੱਡੀਆਂ ਟੈਕਸ ਭਰਨ ਦੇ ਕਾਬਿਲ ਨਹੀਂ ਹੈਗੀਆਂ। ਟੈਕਸ ਟੁੱਟੇ ਪਏ ਨੇ ਜੀ ਗੱਡੀਆਂ ਦੇ। ਹਰ ਇੱਕ ਪਟਿਆਲਾ ਜ਼ਿਲ੍ਹਾ ਦੇਖ ਲਓ, ਲੁਧਿਆਣਾ ਜ਼ਿਲ੍ਹਾ ਦੇਖ ਲਓ, ਪੂਰਾ ਪੰਜਾਬ ਦੇਖ ਲਓ, ਹਰ ਇੱਕ ਦੇ ਵਿੱਚ ਸਾਰੇ ਹੀ ਟਰਾਂਸਪੋਰਟਰ ਦਾ, ਕੋਈ ਛੋਟਾ ਟਰਾਂਸਪੋਰਟਰ ਉਹਦਾ 2 ਲੱਖ ਹੈ, ਕੋਈ ਵੱਡਾ ਉਸਦਾ 50 ਲੱਖ ਹੈ, ਕੋਈ 20 ਲੱਖ ਹੈ। ਉਹ ਟੁੱਟਿਆ ਨਹੀਂ, ਮੈਂ ਮੰਨਦਾ ਉਹ ਟੁੱਟਿਆ ਤਾਂ ਆ ਜਦ ਕੋਵਿਡ ਦੇ ਵਿੱਚ ਬੱਸਾਂ ਨਹੀਂ ਚੱਲੀਆਂ, ਧੱਕੇ ਤੇ ਗਲ 'ਚ ਗੂਠਾ ਦੇ ਕੇ ਰਾਜਾ ਬਰਿੰਗ ਵਸੂਲਣਾ ਚਾਹੁੰਦਾ ਸੀ ਔਰ ਉਸੇ ਲੀਹਾਂ ਤੇ, ਕਾਂਗਰਸ ਦੀਆਂ ਲੀਹਾਂ ਤੇ, ਰਾਜੇ ਬਰਿੰਗ ਦੀਆਂ ਲੀਹਾਂ ਤੇ ਸਾਡੇ ਹੁਣ ਦੇ ਟਰਾਂਸਪੋਰਟ ਮਿਨਿਸਟਰ ਜਾਂ ਸਾਡੀ ਸਰਕਾਰ ਚੱਲ ਰਹੀ ਆ ਜੀ। ਜਿੱਦਾਂ ਤੁਸੀਂ ਕਿਹਾ ਕਿ ਲੇਡੀਜ਼ ਨੂੰ ਫ੍ਰੀ ਕੀਤਾ ਗਿਆ ਹੈ, ਜੇ ਦੇਖਿਆ ਜਾਵੇ ਉਹ ਵੀ ਕਰਦੇ ਆ ਗੱਲ, ਲੇਡੀਜ਼ ਨੂੰ ਜੇ ਫ੍ਰੀ ਕੀਤਾ ਗਿਆ ਹੈ ਤਾਂ ਫਿਰ PRTC ਤੇ ਪੈਪਸੂ ਦੀਆਂ ਜਿਹੜੀਆਂ ਬੱਸਾਂ ਨੇ ਉਹ ਕਿੱਥੋਂ ਖਰਚਾ ਪੂਰਾ ਕਰ ਰਹੀਆਂ ਨੇ ਜੀ? ਬਾਈ ਜੀ, ਜਿੱਦਾਂ ਮੈਂ ਐਗਜ਼ਾਮਪਲ ਦੇ ਤੌਰ ਤੇ ਦੱਸਦਾ, ਇੱਕ ਲੁਧਿਆਣੇ ਤੋਂ ਗੱਡੀ ਆਈ ਤਾਂ ਉਹਦੇ 'ਚ 90 ਸਵਾਰੀਆਂ ਨੇ PRTC ਵਿੱਚ। 90 ਸਵਾਰੀਆਂ ਦਾ ਜਿਹੜਾ ਕਿਰਾਇਆ ਬਣਦਾ ਲੁਧਿਆਣੇ ਤੋਂ 100 ਰੁਪਇਆ, ਪਟਿਆਲੇ ਦਾ 9000 ਰੁਪਏ ਦੇ ਵਿੱਚੋਂ ਬੱਸ ਆਉਣੀ ਚਾਹੀਦੀ ਸੀ, ਉਹ ਬੱਸ ਆ ਰਹੀ ਹੈ 1200 'ਚ ਲੁਧਿਆਣੇ ਤੋਂ ਲੈ ਕੇ ਪਟਿਆਲਾ। ਔਰ ਜੇ ਐਕਸੀਡੈਂਟ ਹੋ ਗਿਆ ਤਾਂ ਡਰਾਈਵਰ ਕੰਡਕਟਰ ਜ਼ਿੰਮੇਵਾਰ ਨੇ, ਕਿਉਂਕਿ 52 ਬੱਸਿਸ ਦਾ ਸਾਡਾ ਬੀਮਾ ਕੀਤਾ ਹੋਇਆ ਤੇ 90 ਬੱਸ 'ਚ ਸਵਾਰੀਆਂ ਕਿਉਂ ਚੜਾਈਆਂ? ਬੀਮੇ ਵਾਲੇ ਆਪਸ਼ਨ ਕਰਦੇ ਨੇ ਕਿ ਤੁਹਾਨੂੰ ਕਲੇਮ ਪਊਗਾ, ਤੇ ਉਹ ਤਾਂ ਸਰਕਾਰ ਦੀ ਗੱਡੀ ਆ, ਚਲੋ ਚੜਾ ਲਿਆ, ਵਿਚਾਰੇ ਮਜਬੂਰ ਹੋ ਕੇ ਬੜੀ ਔਖੀ ਜਿਹੜੀ ਗੱਡੀ ਨੂੰ ਸਾਂਭ ਕੇ ਲੈ ਕੇ ਆਉਂਦੇ ਨੇ, ਪਰ ਉਹ 90 ਸਵਾਰੀਆਂ ਢੋਣ ਦੇ ਬਾਵਜੂਦ ਵੀ ਰੁਪਈਆ 1200 ਆਇਆ ਤੇ ਡੀਜ਼ਲ 3500 ਦਾ 4000 ਦਾ ਗੇੜੇ 'ਚ ਖਾ ਗਈ ਗੱਡੀ, ਤਾਂ ਕਾਰਪੋਰੇਸ਼ਨ ਡੀਜ਼ਲ ਕਿੱਥੋਂ ਪਾਊਗੀ, ਕਿੱਥੋਂ ਤਨਖਾਹਾਂ ਦੇਊ? ਇਹੀ ਕਾਰਨ ਹੈ ਕਿ ਹਰ 15 ਦਿਨਾਂ ਬਾਅਦ ਜਿਹੜਾ ਸਰਕਾਰੀ ਜਿਹੜੇ ਬੱਸਾਂ ਦੇ ਡਰਾਈਵਰ ਕਨੈਕਟਰ ਕਾਮੇ ਰੋਡ ਦੇ ਉੱਪਰ ਜਾਮ ਲਾਉਂਦੇ ਨੇ, ਕਦੇ 2 ਘੰਟੇ ਲਈ, ਕਦੇ 4 ਘੰਟੇ ਲਈ, ਕਿਸ ਕਰਕੇ? ਕਿ ਉਹਨਾਂ ਨੂੰ ਤਨਖਾਹਾਂ ਨਹੀਂ ਮਿਲ ਰਹੀਆਂ। ਹੁਣ ਫਿਰ 9 ਤਰੀਕ ਨੂੰ ਜਿਹੜਾ ਹੈ ਸਰਕਾਰੀ ਕਰਮਚਾਰੀਆਂ ਵੱਲੋਂ ਵੀ ਕਿਹਾ ਗਿਆ ਕਿ ਅਸੀਂ ਆਪਣੀਆਂ ਤਨਖਾਹਾਂ ਕਰਕੇ ਇਸ ਸਿਸਟਮ ਨੂੰ ਅਸੀਂ ਆਪਣਾ ਜਿਹੜਾ ਅਸੀਂ ਵੀ ਜਾਮ ਲਾਵਾਂਗੇ ਔਰ ਹਰ ਇੱਕ ਕਰਮਚਾਰੀ ਸਰਕਾਰੀ ਬੱਸ ਦਾ ਵੀ ਕਹਿੰਦਾ ਕਿ ਜੋ ਲੇਡੀਜ਼ ਫ੍ਰੀ ਦਾ ਸਿਸਟਮ ਹੈ ਬਹੁਤ ਗਲਤ ਹੈ। ਜੇਕਰ ਕੈਪਟਨ ਅਮਰਿੰਦਰ ਸਿੰਘ ਨੇ ਇਹ ਮਾਫ ਕੀਤਾ ਸੀ, ਜੇਕਰ ਉਹਨੂੰ ਵੱਡਾ ਲੱਗਦਾ ਸੀ ਕਿ ਅਸੀਂ ਬਟੋਰਨੀਆਂ ਨੇ ਅਸੀਂ ਵੋਟਾਂ, ਤਾਂ ਕੈਪਟਨ ਸਾਹਿਬ ਨੂੰ ਕਿੰਨੀਆਂ ਵੋਟਾਂ ਪਈਆਂ ਨੇ ਸਭ ਨੂੰ ਪਤਾ ਹੈ, ਤੇ ਔਰ ਰਾਜੇ ਬਰਿੰਗ ਹੋਰਾਂ ਨੂੰ ਕਿੰਨੀਆਂ ਪਈਆਂ ਸਭ ਨੂੰ ਪਤਾ ਹੈ। ਤੇ ਜੇ ਆਹੀ ਸਿਸਟਮ ਰਿਹਾ ਅੱਗੋਂ ਵੀ ਸਰਕਾਰ ਨੂੰ ਪਤਾ ਲੱਗ ਜੂ ਵੀ ਫ੍ਰੀ ਕਰਨ ਦਾ ਨਤੀਜਾ ਕੀ ਨਿਕਲਦਾ ਹੈ। ਫਿਰ ਮਾਫੀਆ ਕਿੱਦਾਂ ਕਿਹਾ ਜਾਂਦਾ ਸੀਗਾ? ਪ੍ਰਾਈਵੇਟ ਬੱਸ ਨੂੰ ਮਾਫੀਆ, ਰਾਜਾ ਬਰਿੰਗ ਆਏ ਨੇ ਉਹ ਕਹਿੰਦੇ ਸੀਗੇ ਮਾਫੀਆ ਅਸੀਂ ਖਤਮ ਕਰਤਾ, ਬਹੁਤ ਨਫੇ 'ਚ ਜਾ ਰਿਹਾ ਜੀ ਜਿਹੜੀ ਸਰਕਾਰੀਆਂ ਬੱਸਾਂ ਨੇ, ਇਦਾਂ ਕਹਿੰਦੇ ਰਹੇ ਨੇ ਉਹ। ਰਾਜਾ ਬਰਿੰਗ ਤਾਂ ਜੀ ਇੱਕ ਪਰਸਨਲ ਲੜਾਈ ਲੜ ਰਿਹਾ ਸੀ, ਕੋਈ ਮਾਫੀ ਦੀ ਗੱਲ ਨਹੀਂ। ਉਹਦੀ ਜਿਹੜੀ ਪਰਸਨਲ ਲੜਾਈ ਆ ਗਿੱਦੜਵੇ ਤੋਂ ਸਾਡੇ ਸਨੀ ਬਾਈ ਜੀ ਨੇ, ਦੀਪ ਬੱਸ ਵਾਲੇ, ਉਹਨਾਂ ਨਾਲ ਉਹਨਾਂ ਦੇ ਕੰਪੀਟੀਟਰ ਸੀ, ਉਹਨਾਂ ਦੇ ਵਿਰੁੱਧ ਇਲੈਕਸ਼ਨ ਲੜਦੇ ਸੀ, ਉਹਨਾਂ ਨੂੰ ਖੁੰਝੇ ਲਾਉਣ ਲਈ ਜਾਂ ਜੁਝਾਰ ਬੱਸ ਜੋ ਸਾਡੀ ਆਪਣੀਆਂ ਪਰਸਨਲ ਜਿੱਦਾਂ ਹੁੰਦੀਆਂ ਨੇ ਉਹਨਾਂ ਨੂੰ ਕੱਢਣ ਲਈ ਸਾਨੂੰ ਮਾਫੀਆ ਬਣਾਤਾ। ਤੁਸੀਂ ਮੈਨੂੰ ਇਹ ਦੱਸੋ, ਕਿਸੇ ਵੀ ਸਬਜੈਕਟ ਵਿੱਚ, ਕਿਸੇ ਵੀ ਫੀਲਡ 'ਚ ਜੇ ਕੋਈ ਮਾਫੀਆ ਹੁੰਦਾ ਹੈ ਤਾਂ ਮਾਫੀਆ ਕਹਿੰਦੇ ਕਿ ਉਹ ਕਰੋੜਪਤੀ ਹੈ, ਉਹ ਸਰਕਾਰ ਦੀ ਸੰਪਤੀ ਖਾ ਗਿਆ। ਅਸੀਂ ਤਾਂ ਸਾਨੂੰ ਸਰਕਾਰ ਖਾ ਗਈ, ਅਸੀਂ ਭੁੱਖੇ ਨੰਗੇ ਹੋ ਗਏ, ਟੈਕਸ ਸਾਡੀ ਭਰਨ ਦੇ ਸਮਰਥ ਨਹੀਂ, ਡੀਜ਼ਲ ਸਾਡੀ ਗੱਡੀ 'ਚ ਨਹੀਂ ਪੈ ਰਿਹਾ, ਹਰ ਇੱਕ ਪੰਪ ਵਾਲਾ ਸਾਨੂੰ ਡੀਜ਼ਲ ਤੋਂ ਬਾਹਰ ਕੱਢ ਰਿਹਾ ਕਿ ਪੈਸੇ ਦਿਓ ਪਿਛਲੇ, ਤਾਂ ਅਸੀਂ ਮਾਫੀਆ ਕਿਵੇਂ ਹੋ ਗਏ? ਤਾਂ ਸਾਰੀ ਦੁਨੀਆ ਨੂੰ ਦੇਖ ਗਿਆ ਕਿ ਟਰਾਂਸਪੋਰਟਰ ਮਾਫੀਆ ਨੇ ਜਾਂ ਲੀਡਰ ਮਾਫੀਆ ਨੇ ਜਾਂ ਸਰਕਾਰ ਮਾਫੀਆ। ਹੋਰ ਵੀ ਬਾਈ ਜੀ ਨੇ ਸਾਡੇ ਨਾਲ। ਹਾਂਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਜਦੋਂ ਆਪ ਸਰਕਾਰ ਦਾ ਇੱਥੇ ਬੋਲਬਾਲਾ ਸੀ ਇਲੈਕਸ਼ਨਾਂ ਤੋਂ ਪਹਿਲਾਂ, ਅਸੀਂ ਇੱਕ ਮੀਟਿੰਗ ਕੀਤੀ, ਉਹਦੇ 'ਚ ਉਹਨਾਂ ਨੇ ਭਰੋਸਾ ਦਿੱਤਾ ਸੀ ਕਿ ਅਸੀਂ ਸਾਰੀ ਇੰਡਸਟਰੀਆਂ ਦੀ ਗੱਲ ਬਕਾਇਦਾ ਸੁਣਾਂਗੇ।
ਜਿੱਦਾਂ ਬਾਕੀ ਇੰਡਸਟਰੀਆਂ ਨੇ ਇਦਾਂ ਹੀ ਇੱਕ ਸਾਡੀ ਬੱਸ ਇੰਡਸਟਰੀ ਵੀ ਹੈ, ਜਿਹਦੇ 'ਚ ਸਾਨੂੰ ਉਹਨਾਂ ਨੇ ਪੂਰਾ ਭਰੋਸਾ ਦਿੱਤਾ ਸੀ ਕਿ ਤੁਹਾਡੀ ਗੱਲ ਸੁਣੀ ਜਾਏਗੀ। ਪਹਿਲਾਂ ਜਦੋਂ ਅਕਾਲੀਆਂ ਦੀ ਸਰਕਾਰ ਸੀ ਤਾਂ ਅਸੀਂ ਉਦੋਂ ਵੀ ਸਫ਼ਰ ਕਰ ਰਹੇ ਸੀਗੇ, ਦੇਖਦੇ ਸੀ ਕਿ ਸਰਕਾਰ ਚੇਂਜ ਹੋਏਗੀ, ਸਾਡੀ ਕੋਈ ਗੱਲ ਸੁਣੇਗਾ, ਕਿਉਂਕਿ ਇਹਦੇ 'ਚ ਸੀ। ਫਿਰ ਕਾਂਗਰਸ ਆਈ, ਥੋੜੀ ਜਿਹੀ ਉਮੀਦ ਫੇਰ ਹੋਈ, ਲੇਕਿਨ ਕਾਂਗਰਸ ਤੋਂ ਬਾਅਦ ਜਦੋਂ ਆਪ ਆਈ ਸੀ ਫਿਰ ਬਹੁਤ ਵੱਡੀ ਉਮੀਦ ਜਾਗੀ ਸੀ ਕਿ ਸਾਨੂੰ ਛੋਟੇ ਆਪਰੇਟਰਾਂ ਨੂੰ ਕੋਈ ਨਾ ਕੋਈ ਸੁਣੇਗਾ। ਲੇਕਿਨ ਇਹ ਤਾਂ ਕੰਮ ਉਸ ਤੋਂ ਵੀ ਉਲਟ ਹੋ ਗਿਆ। ਵੱਡੇ ਘਰਾਂ ਨੂੰ ਕੋਈ ਫਰਕ ਨਹੀਂ ਹੈ ਜੀ, ਉਹਨਾਂ ਨੇ ਰਾਜਨੀਤਿਕ ਆਪਣੇ ਰਸੂਖ ਲਈ ਟੈਕਸ ਵੀ ਭਰ ਦੇਣਾ, ਆਪਣੀਆਂ ਵੋਟਾਂ ਬਚਾਉਣ ਲਈ ਸਭ ਕੁਝ ਕਰ ਲੈਣਾ। ਗੱਲ ਤਾਂ ਇਹ ਹੈ ਕਿ ਸਾਡੇ ਜਿਹੜੇ ਆਪਰੇਟਰਸ ਕਾਮਨ ਆਪਰੇਟਰ ਹੈ ਉਹਦੀ ਸੁਣਵਾਈ ਕੌਣ ਕਰੇਗਾ? ਆਪ ਵਾਲਿਆਂ ਨੇ ਸਾਡੇ ਨਾਲ ਪ੍ਰੋਪਰ ਸਾਨੂੰ ਵਿਸ਼ਵਾਸ ਦਿਵਾਇਆ ਸੀ ਕਿ ਸਾਡੀ ਸਰਕਾਰ ਆਉਣ 'ਤੇ ਤੁਹਾਡੀ ਇੰਡਸਟਰੀ ਨੂੰ ਬਚਾਇਆ ਜਾਵੇਗਾ, ਲੇਕਿਨ ਕੋਈ ਸੁਣਵਾਈ ਨਹੀਂ ਹੋ ਰਹੀ। ਨਾ ਕੋਈ ਲੇਡੀਜ਼ ਵਾਲਾ ਫੈਸਲਾ ਲਿਆ ਜਾ ਰਿਹਾ, ਨਾ ਕੋਈ ਹੋਰ ਟੈਕਸ ਦਾ ਫੈਸਲਾ ਲਿਆ ਜਾ ਰਿਹਾ। ਅਸੀਂ ਫੇਰ ਲਟਕਦੇ ਤੇ ਲਟਕਦੇ। ਬੰਦਾ ਡਰਾਈਵਰਸ ਜੁੜੇ ਨੇ, ਕੰਡਕਟਰ ਜੁੜੇ ਨੇ, ਸਪੇਅਰ ਪਾਰਟ ਵਾਲੇ ਜੁੜੇ ਨੇ, ਬੱਸ ਬੋਡੀ ਵਾਲੇ ਜੁੜੇ ਨੇ, ਤੇ ਆਪਣਾ ਹਰ ਤਰ੍ਹਾਂ ਦਾ ਟਾਇਰ ਵਾਲੇ ਜੁੜੇ ਨੇ, ਹਰ ਤਰ੍ਹਾਂ ਦੇ 5 ਲੱਖ ਬੰਦਾ ਜਿਹੜਾ ਸਾਡੇ ਨਾਲ ਜੁੜਿਆ ਹੋਇਆ ਜੀ। ਜੀ ਦਾ ਰੁਜ਼ਗਾਰ ਆ ਜਿਹੜਾ ਉਹ ਡੁੱਬਣ ਦੇ ਕਿਨਾਰੇ ਖੜਾ ਹੈ। ਹਾਂਜੀ, ਇਹ ਸਨ ਪ੍ਰਾਈਵੇਟ ਬੱਸ ਆਪਰੇਟਰ। ਇਹਨਾਂ ਦਾ ਕਹਿਣਾ ਹੈ ਕਿ ਟਰਾਂਸਪੋਰਟ ਇੰਡਸਟਰੀ ਆ ਜਿਹੜੀ ਪ੍ਰਾਈਵੇਟ, ਉਹ ਬਿਲਕੁਲ ਡੁੱਬਣ ਦੇ ਕਿਨਾਰੇ ਆ। ਸੋ ਸਰਕਾਰ ਦੀਆਂ ਜਿਹੜੀਆਂ ਨੀਤੀਆਂ ਨੇ ਉਹ ਬਿਲਕੁਲ ਸਹੀ ਨਹੀਂ ਹੈਗੀਆਂ। ਪਹਿਲਾਂ ਕਰੋਨਾ ਟਾਈਮ ਜਿਹੜੀਆਂ ਪ੍ਰਾਈਵੇਟ ਬੱਸਾਂ ਸੀਗੀਆਂ ਉਹ ਜਦੋਂ ਚਲਾਈਆਂ ਗਈਆਂ, ਸਵਾਰੀ ਇੰਨੀ ਹੈ ਨਹੀਂ ਸੀ, ਫਿਰ ਵੀ ਸਰਕਾਰ ਦੇ ਕਹਿਣ ਤੇ ਬੱਸਾਂ ਚਲਾਈਆਂ ਗਈਆਂ। ਸੋ ਟੈਕਸ ਪੂਰਾ ਨਹੀਂ ਹੋਇਆ, ਖਰਚਾ ਪੂਰਾ ਨਹੀਂ ਹੋਇਆ, ਟੈਕਸ ਨਹੀਂ ਭਰਿਆ ਗਿਆ। ਤਾਂ ਸਰਕਾਰ ਨੇ ਕਿਹਾ ਸੀਗਾ, ਕੈਪਟਨ ਸਰਕਾਰ ਸੀਗੀ ਉਦੋਂ, ਕਿ ਟੈਕਸ ਮਾਫ ਕੀਤਾ ਜਾਊਗਾ। ਟਰਾਂਸਪੋਰਟ ਮੰਤਰੀ ਬਦਲਦੇ ਨੇ, ਪੰਜਾਬ ਦੇ ਮੁੱਖ ਮੰਤਰੀ ਬਣਦੇ ਨੇ ਚਰਨਜੀਤ ਸਿੰਘ ਚੰਨੀ। ਸੋ ਜਿਹੜੇ ਵਾਅਦੇ ਕੀਤੇ ਗਏ ਸੀਗੇ ਟਰਾਂਸਪੋਰਟ ਆਪਰੇਟਰਾਂ ਨਾਲ, ਉਹ ਵਾਅਦੇ ਪੂਰੇ ਨਹੀਂ ਕੀਤੇ ਗਏ। ਸੋ ਜਿਸ ਕਰਕੇ ਟਰਾਂਸਪੋਰਟ ਇੰਡਸਟਰੀ ਆ ਜਿਹੜੀ ਉਹ ਡੁੱਬਣ ਦੇ ਕਿਨਾਰੇ ਆ ਚੁੱਕੀ ਆ। ਸੋ ਲੇਡੀਜ਼ ਫ੍ਰੀ ਕਰ ਦਿੱਤੀਆਂ ਗਈਆਂ। ਸੋ ਇਹਨਾਂ ਦਾ ਕਹਿਣਾ ਹੈ ਕਿ ਜੇ ਸਾਡੀਆਂ ਮੰਗਾਂ ਨਹੀਂ ਮੰਨੀਆਂ ਗਈਆਂ ਤਾਂ ਅਸੀਂ 9 ਤਰੀਕ ਨੂੰ ਚੱਕਾ ਤਾਂ ਜਾਮ ਕਰ ਰਹੇ ਹਾਂ ਪ੍ਰਾਈਵੇਟ ਬੱਸਾਂ ਦਾ। ਆਉਣ ਵਾਲੇ ਟਾਈਮ 'ਚ ਸੰਘਰਸ਼ ਹੋਰ ਵੀ ਤਿੱਖਾ ਕਰਾਂਗੇ। 15 ਤਰੀਕ ਤੱਕ ਕਾਲੀਆਂ ਝੰਡੀਆਂ ਲਾ ਕੇ ਰੋਸ ਪ੍ਰਦਰਸ਼ਨ ਕੀਤਾ ਜਾਊਗਾ। ਜੇ ਫਿਰ ਵੀ ਸਰਕਾਰ ਮੰਗਾਂ ਨਹੀਂ ਮੰਨਦੀ ਤਾਂ ਸੰਘਰਸ਼ ਆ ਜਿਹੜਾ ਉਹ ਤੇਜ਼ ਕੀਤਾ ਜਾਊਗਾ। ਸੰਘਰਸ਼ ਕਿੰਨਾ ਕੁ ਤੇਜ਼ ਕੀਤਾ ਜਾਂਦਾ ਹੈ ਕਿ ਸਰਕਾਰ ਮੰਗਾਂ ਮੰਨਦੀ ਹੈ, ਇਹ ਤਾਂ ਆਉਣ ਵਾਲਾ ਟਾਈਮ ਹੀ ਦੱਸੂਗਾ। ਫਿਲਹਾਲ ਤੁਸੀਂ ਬਣੇ ਰਹੋ ਪੰਜਾਬੀ ਲੋਕ ਚੈਨਲ ਦੇ ਨਾਲ। ਕੈਮਰਾਮੈਨ ਜਤਿੰਦਰ ਟਿਵਾਣਾ ਦੇ ਨਾਲ ਮਨਵਿੰਦਰ ਸਿੰਘ ਟਿਵਾਣਾ, ਪੰਜਾਬੀ ਲੋਕ ਚੈਨਲ, ਪਟਿਆਲਾ।